ओ ਮਾਈ ਗੋਡ ਟੂਡੇ ਇਜ਼ ਵੈਰੀ ਹੌਟ ਡੇ। ਕਿਆ ਕਹਿ ਰਹੀ ਹੈ ਨੂੰ? ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਹੈ। ਰਸੋਈ ਵਿੱਚ ਖੜੀ ਹੋਈ ਨਿਰਮਲਾ ਜੀ ਆਪਣੀ ਨੂੰਹ ਨੂੰ ਕਹਿੰਦੀ ਹਨ। ਤਾਂ ਨੂੰਹ ਕਹਿੰਦੀ ਹੈ, ਓਹੋ ਮਾਂ ਜੀ, ਮੈਂ ਤਾਂ ਭੁੱਲ ਹੀ ਗਈ ਸੀ, ਤੁਹਾਨੂੰ ਤਾਂ ਅੰਗਰੇਜ਼ੀ ਆਉਂਦੀ ਹੀ ਨਹੀਂ ਹੈ, ਤਾਂ ਤੁਸੀਂ ਮੇਰੀ ਅੰਗਰੇਜ਼ੀ ਦੀ ਭਾਸ਼ਾ ਨੂੰ ਕਿਵੇਂ ਸਮਝੋਗੀ? ਮੈਂ ਬਸ ਇੰਨਾ ਕਹਿ ਰਹੀ ਹਾਂ ਕਿ ਅੱਜ ਕਿੰਨੀ ਗਰਮੀ ਹੈ। ਇਸ ਗਰਮੀ ਵਿੱਚ ਰਸੋਈ ਵਿੱਚ ਕੰਮ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ। ਮਾਂ ਜੀ, ਮੈਂ ਤਾਂ ਚਲੀ ਇੱਧਰ ਤੋਂ, ਮੈਂ ਸਬਜ਼ੀ ਕੱਟ ਦਿੱਤੀ ਹੈ, ਆਟਾ ਲਗਾ ਦਿੱਤਾ ਹੈ, ਤੁਸੀਂ ਰੋਟੀਆਂ ਕੱਢ ਦੇਣਾ। ਮੇਰੇ ਤੋਂ ਇੰਨੀ ਗਰਮੀ ਵਿੱਚ ਰਸੋਈ ਵਿੱਚ ਕੰਮ ਨਹੀਂ ਕੀਤਾ ਜਾਂਦਾ। ਓ ਮਾਈ ਗੋਡ ਵੈਰੀ ਹੌਟ ਡੇ, ਜਾਣੀ ਅੱਜ ਦਾ ਦਿਨ ਬਹੁਤ ਗਰਮ ਹੈ, ਕਹਿ ਕੇ ਨੀਸ਼ਾ ਰਸੋਈ ਤੋਂ ਨਿਕਲ ਗਈ। ਨੀਸ਼ਾ ਦਾ ਇਹ ਇੱਕ ਦਿਨ ਦਾ ਨਹੀਂ ਸੀ ਜਦ ਉਹ ਸੱਸ ਦੇ ਸਾਹਮਣੇ ਅੰਗਰੇਜ਼ੀ ਬੋਲ ਕੇ ਉਹਨਾਂ ਦੀ ਬੇਇੱਜ਼ਤੀ ਕਰਦੀ ਹੋਵੇ। ਜਦ ਤੋਂ ਇਸ ਘਰ ਵਿੱਚ ਆਈ ਹੈ ਉਦੋਂ ਤੋਂ ਕਿਸੇ ਨਾ ਕਿਸੇ ਗੱਲ ਪਰ ਉਹ ਆਪਣੀ ਸੱਸ ਦੀ ਬੇਇੱਜ਼ਤੀ ਕਰਦੀ ਹੀ ਰਹਿੰਦੀ ਹੈ ਅਤੇ ਉਸ ਨੂੰ ਪਤਾ ਹੈ ਕਿ ਉਸਦੀ ਸੱਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੈ। ਜਦ ਦੇਖੋ ਉਦੋਂ ਆਪਣੀ ਸੱਸ ਦੇ ਸਾਹਮਣੇ ਅੰਗਰੇਜ਼ੀ ਝਾੜਦੀ ਰਹਿੰਦੀ ਹੈ। ਬੇਚਾਰੀ ਨਿਰਮਲਾ ਜੀ ਉਸਦੀ ਅੰਗਰੇਜ਼ੀ ਦੀ ਗੱਲਾਂ ਨੂੰ ਸਮਝ ਨਹੀਂ ਪਾਉਂਦੀ ਹਨ, ਤਾਂ ਪੁੱਛਦੀ ਹਨ ਕਿ ਕਿਆ ਬੋਲ ਰਹੀ ਹੋ ਨੂੰ? ਤਾਂ ਨੀਸ਼ਾ ਫਟਾਕ ਨਾਲ ਉਹਨਾਂ ਦੀ ਬੇਇੱਜ਼ਤੀ ਕਰਨੇ ਤੋਂ ਕਦੀ ਪਿੱਛੇ ਨਹੀਂ ਹਟਦੀ। ਨਿਰਮਲਾ ਜੀ ਰਸੋਈ ਵਿੱਚ ਸਬਜ਼ੀ ਬਣਾਉਂਦੀ ਹਨ, ਉਸਦੇ ਬਾਅਦ ਰੋਟੀਆਂ ਵੀ ਕੱਢ ਦਿੰਦੀ ਹਨ। ਪੁੱਤ ਨੂੰ ਸਾਰੇ ਡਾਈਨਿੰਗ ਟੇਬਲ ਪਰ ਬੈਠ ਗਏ। ਨਿਰਮਲਾ ਜੀ ਆਪਣੇ ਕਮਰੇ ਵਿੱਚ ਗਈ ਅਤੇ ਆਪਣੇ ਪਤੀ, ਜੋ ਕਿ ਹੁਣੇ ਤੱਕ ਸਵੇਰ ਦੇ ਹੀ ਨਿਊਜ਼ਪੇਪਰ ਵਿੱਚ ਘੁਸੇ ਹੋਏ ਹਨ, ਨਿਊਜ਼ਪੇਪਰ ਦੀ ਇੱਕ ਇੱਕ ਲਾਈਨ ਨੂੰ ਪੜ੍ਹ ਲੈਂਦੇ ਹਨ। ਉਦੋਂ ਜਾ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ। ਇੱਥੇ ਤੱਕ ਕਿ ਜੋ ਐਂਡ ਵਾਲੀ ਲਾਈਨ ਹੁੰਦੀ ਹੈ ਉਸ ਨੂੰ ਵੀ ਨਹੀਂ ਛੱਡਦੇ ਹਨ। ਉਹਨਾਂ ਦੇ ਹੱਥ ਤੋਂ ਨਿਊਜ਼ਪੇਪਰ ਨੂੰ ਛੁਡਾਉਂਦੀ ਹੋਈ ਨਿਰਮਲਾ ਜੀ ਕਹਿੰਦੀ ਹਨ, ਨਿਊਜ਼ਪੇਪਰ ਪੜ੍ਹ ਕੇ ਤੁਹਾਡਾ ਪੇਟ ਭਰ ਗਿਆ ਹੋਵੇ ਤਾਂ ਚਲੋ ਕੁਝ ਖਾਣਾ ਖਾ ਲਓ। ਆਪਣੇ ਚਸ਼ਮੇ ਨੂੰ ਨੱਕ ਪਰ ਖਿਸਕਾਉਂਦੇ ਹੋਏ ਰਾਮ ਪ੍ਰਕਾਸ਼ ਜੀ ਕਹਿੰਦੇ ਹਨ, ਅਰੇ ਨਿਰਮਲਾ, ਬੁਢਾਪੇ ਪਰ ਇੰਨਾ ਗੁੱਸਾ ਨਾ ਕਰਿਆ ਕਰ, ਨਹੀਂ ਤਾਂ ਹੋਰ ਜਲਦੀ ਬੁੱਢੀ ਹੋ ਜਾਵੇਂਗੀ। ਕਿਸਨੇ ਕਿਹਾ ਮੈਂ ਬੁੱਢੀ ਹੋ ਗਈ ਹਾਂ? ਬੁੱਢੇ ਹੋਣ ਮੇਰੇ ਦੁਸ਼ਮਣ, ਮੈਂ ਬੁੱਢੀ ਨਹੀਂ ਹੋਈ ਹਾਂ। ਰਾਮ ਪ੍ਰਕਾਸ਼ ਜੀ ਆਪਣੀ ਪਤਨੀ ਦੀ ਗੱਲ ਨੂੰ ਸੁਣ ਕੇ ਹੱਸਣ ਲੱਗਦੇ ਹਨ ਅਤੇ ਕਹਿੰਦੇ ਹਨ, ਅੱਛਾ ਚਲੋ ਖਾਣਾ ਖਾ ਲੈਂਦੇ ਹਾਂ, ਨਹੀਂ ਤਾਂ ਨੂੰਹ ਪੁੱਤ ਕਹਿਣਗੇ ਕਿ ਬੁੱਢਾ ਬੁੱਢੀ ਫਿਰ ਤੋਂ ਗੱਲਾਂ ਕਰਨ ਲੱਗੇ। ਡਾਈਨਿੰਗ ਟੇਬਲ ਪਰ ਬੈਠ ਕੇ ਸਾਰੇ ਖਾਣਾ ਖਾਣ ਲੱਗੇ। ਜਦੀ ਨਿਰਮਲਾ ਜੀ ਦੇ ਪੁੱਤ ਵਿਵੇਕ ਨੂੰ ਅਚਾਨਕ ਤੋਂ ਖਾਂਸੀ ਹੋਣ ਲੱਗੀ। ਵਿਵੇਕ ਦੇ ਕੋਲ ਵਿੱਚ ਬੈਠੀ ਹੋਈ ਨਿਰਮਲਾ ਜੀ ਦੀ ਨੂੰਹ ਉਹਨਾਂ ਨੂੰ ਕਹਿੰਦੀ ਹੈ, ਪਲੀਜ਼ ਗਿਵ ਮੀ 1 ਗਲਾਸ ਆਫ ਵਾਟਰ। ਨਿਰਮਲਾ ਜੀ ਨੂੰ ਸਮਝ ਹੀ ਨਹੀਂ ਆਇਆ ਕਿ ਉਹਨਾਂ ਦੀ ਨੂੰਹ ਕਿਆ ਕਹਿ ਰਹੀ ਹੈ। ਤਾਂ ਨੂੰਹ ਭੜਕਦੀ ਹੋਈ ਕਹਿੰਦੀ ਹੈ, ਕਦ ਤੋਂ ਪਾਣੀ ਮੰਗ ਰਹੀ ਹਾਂ, ਪਾਣੀ ਨਹੀਂ ਦੇ ਸਕਦੀ ਹੋ? ਬੇਟਾ, ਮੈਂ ਪਾਣੀ ਦੇਣੇ ਦੇ ਲਈ ਹੱਥ ਵਿੱਚ ਗਿਲਾਸ ਤਾਂ ਲਿਆ ਹੈ, ਪਰ ਤੂੰ ਅੰਗਰੇਜ਼ੀ ਵਿੱਚ ਕਿਹਾ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਪਤਾ ਨਹੀਂ ਤੈਨੂੰ ਕਿਆ ਚਾਹੀਦਾ, ਇਸ ਲਈ ਮੈਂ ਪਾਣੀ ਦਾ ਗਿਲਾਸ ਅੱਗੇ ਨਹੀਂ ਵਧਾਇਆ। ਓਹੋ ਮਾਂ ਜੀ, ਮੈਂ ਤਾਂ ਫਿਰ ਤੋਂ ਭੁੱਲ ਗਈ ਕਿ ਤੁਹਾਨੂੰ ਤਾਂ ਅੰਗਰੇਜ਼ੀ ਦੀ ABCD ਵੀ ਨਹੀਂ ਆਉਂਦੀ ਹੈ, ਤਾਂ ਮੇਰੀ ਇੰਗਲਿਸ਼ ਨੂੰ ਕਿਆ ਜਾਣੋਗੀ? ਰਾਮ ਪ੍ਰਕਾਸ਼ ਜੀ ਆਪਣੀ ਨੂੰਹ ਦਾ ਮੂੰਹ ਤੱਕਦੇ ਰਹਿ ਗਏ, ਪਰ ਉਹ ਤਾਂ ਉਹਨਾਂ ਦੇ ਲਈ ਵੀ ਰੋਜ਼ ਦਾ ਹੀ ਸੀ। ਆਏ ਦਿਨ ਨੂੰਹ ਨਿਰਮਲਾ ਜੀ ਨੂੰ ਅੰਗਰੇਜ਼ੀ ਨੂੰ ਲੈ ਕੇ ਕੁਝ ਨਾ ਕੁਝ ਬੇਇੱਜ਼ਤੀ ਕਰ ਦਿੰਦੀ ਸੀ। ਰਾਮ ਪ੍ਰਕਾਸ਼ ਜੀ ਨੂੰ ਵੀ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ। ਕਈ ਵਾਰ ਉਹਨਾਂ ਨੇ ਇਸ ਬਾਰੇ ਵਿੱਚ ਆਪਣੇ ਪੁੱਤ ਨਾਲ ਵੀ ਗੱਲ ਕੀਤੀ, ਪਰ ਨੂੰਹ ਆਪਣੀ ਹਰਕਤਾਂ ਤੋਂ ਬਾਜ਼ ਹੀ ਨਹੀਂ ਆਉਂਦੀ ਸੀ। ਉਸ ਨੂੰ ਆਪਣੀ ਪੜ੍ਹਾਈ ਦਾ ਬਹੁਤ ਜ਼ਿਆਦਾ ਘਮੰਡ ਸੀ ਕਿ ਮੈਂ ਅੱਜ ਦੇ ਜ਼ਮਾਨੇ ਦੀ ਬਹੁਤ ਹੀ ਪੜ੍ਹੀ ਲਿਖੀ ਕੁੜੀ ਹਾਂ,
ਮੈਨੂੰ ਤਾਂ ਅੰਗਰੇਜ਼ੀ ਆਉਂਦੀ ਹੈ। ਵਿਆਹ ਤੋਂ ਪਹਿਲਾਂ ਤਾਂ ਮੈਂ ਨੌਕਰੀ ਵੀ ਕਰਦੀ ਸੀ। ਮੈਂ ਤੁਹਾਡੀ ਤਰ੍ਹਾਂ ਨਹੀਂ ਹਾਂ ਜੋ ਵਿਆਹ ਦੇ ਬਾਅਦ ਆਪਣੀ ਪੂਰੀ ਜ਼ਿੰਦਗੀ ਰਸੋਈ ਵਿੱਚ ਕੱਢ ਦਿੱਤੀ। ਕਦੀ-ਕਦੀ ਨਿਰਮਲਾ ਜੀ ਆਪਣੀ ਨੂੰਹ ਦੀ ਗੱਲ ਦਾ ਜਵਾਬ ਦੇ ਵੀ ਦਿਆ ਕਰਦੀ ਸੀ, ਪਰ ਫਿਰ ਵੀ ਨੂੰਹ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਸੀ। ਇੱਕ ਦਿਨ ਨੀਸ਼ਾ ਨੇ ਘਰ ਪਰ ਆਪਣੀ ਸਹੇਲੀਆਂ ਨੂੰ ਬੁਲਾ ਕੇ ਕਿੱਟੀ ਪਾਰਟੀ ਰੱਖੀ। ਉਸ ਦਿਨ ਰਾਮ ਪ੍ਰਕਾਸ਼ ਜੀ ਆਪਣੀ ਖੇਤੀਬਾੜੀ ਦੇ ਕੰਮ ਨੂੰ ਦੇਖਣੇ ਦੇ ਲਈ ਪਿੰਡ ਗਏ ਹੋਏ ਸੀ। ਪੁੱਤ ਵੀ ਆਪਣੇ ਦਫ਼ਤਰ ਦੇ ਲਈ ਨਿਕਲ ਗਿਆ। ਘਰ ਵਿੱਚ ਸਿਰਫ ਨਿਰਮਲਾ ਜੀ ਅਤੇ ਉਹਨਾਂ ਦੀ ਨੂੰਹ ਹੀ ਸੀ। ਨੀਸ਼ਾ ਨੇ ਰਾਤ ਨੂੰ ਹੀ ਨਿਰਮਲਾ ਜੀ ਨੂੰ ਕਹਿ ਦਿੱਤਾ ਸੀ, ਮਾਂ ਜੀ ਕੱਲ੍ਹ ਮੇਰੀ ਕਿੱਟੀ ਪਾਰਟੀ ਹੈ ਅਤੇ ਮੈਂ ਆਪਣੀ ਕਿੱਟੀ ਪਾਰਟੀ ਘਰ ਪਰ ਹੀ ਰੱਖ ਰਹੀ ਹਾਂ, ਤਾਂ ਬਹੁਤ ਸਾਰਾ ਖਾਣਾ ਬਣੇਗਾ। ਮੈਂ ਖਾਣੇ ਦੀ ਲਿਸਟ ਬਣਾ ਕੇ ਡਾਈਨਿੰਗ ਟੇਬਲ ਪਰ ਰੱਖ ਦਿੱਤੀ ਹੈ। ਘਰ ਵਿੱਚ ਜੋ ਕੁਝ ਨਹੀਂ ਹੋਵੇ ਉਹ ਸਵੇਰੇ ਹੀ ਮੰਗਾ ਲੈਣਾ ਅਤੇ ਸਾਰਾ ਕੁਝ ਬਣਾ ਦੇਣਾ। ਨਿਰਮਲਾ ਜੀ ਡਾਈਨਿੰਗ ਟੇਬਲ ਪਰ ਨੂੰਹ ਦੀ ਰੱਖੀ ਹੋਈ ਲਿਸਟ ਨੂੰ ਚੁੱਕ ਕੇ ਦੇਖਦੀ ਹਨ ਤਾਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ, ਕਿਉਂਕਿ ਨੂੰਹ ਨੇ ਤਾਂ ਸਾਰਾ ਸਮਾਨ ਅੰਗਰੇਜ਼ੀ ਵਿੱਚ ਲਿਖਿਆ ਹੈ। ਪਰ ਹੁਣ ਉਹ ਆਪਣੀ ਨੂੰਹ ਦੇ ਕੋਲ ਜਾ ਕੇ ਪੁੱਛਣਾ ਨਹੀਂ ਚਾਹੁੰਦੀ ਹਨ, ਕਿਉਂਕਿ ਜੇਕਰ ਨੂੰਹ ਦੇ ਕੋਲ ਜਾ ਕੇ ਪੁੱਛਣਗੀ ਕਿ ਬੇਟਾ ਇਸ ਵਿੱਚ ਕਿਆ ਲਿਖਿਆ ਹੈ ਤਾਂ ਨੂੰਹ ਫਿਰ ਤੋਂ ਉਹਨਾਂ ਦੀ ਬੇਇੱਜ਼ਤੀ ਕਰ ਦੇਵੇਗੀ ਕਿ ਤੁਹਾਨੂੰ ਅੰਗਰੇਜ਼ੀ ਪੜ੍ਹਨੀ ਨਹੀਂ ਆਉਂਦੀ ਹੈ। ਇਸ ਲਈ ਉਹ ਸਵੇਰੇ ਉੱਠ ਕੇ ਨੂੰਹ ਦਾ ਬਣਾਇਆ ਹੋਇਆ ਪਰਚਾ ਦੁਕਾਨ ਪਰ ਲੈ ਕੇ ਗਈ ਅਤੇ ਜੋ ਸਮਾਨ ਸੀ ਦੁਕਾਨ ਵਾਲੇ ਨੂੰ ਪਰਚਾ ਦਿਖਾ ਕੇ ਉਹ ਸਮਾਨ ਲੈ ਆਈ। ਸਵੇਰ ਦੇ 8 ਵੱਜ ਗਏ ਪਰ ਨੂੰਹ ਹੁਣੇ ਤੱਕ ਸੋ ਕੇ ਨਹੀਂ ਉੱਠੀ ਹੈ। ਨਿਰਮਲਾ ਜੀ ਸਾਰਾ ਸਮਾਨ ਰਸੋਈ ਵਿੱਚ ਜਾ ਕੇ ਰੱਖ ਦਿੰਦੀ ਹਨ। ਨਹਾ ਕੇ ਪੂਜਾ ਪਾਠ ਕਰਨੇ ਦੇ ਬਾਅਦ ਉਹ ਰਸੋਈ ਵਿੱਚ ਨੂੰਹ ਦੀ ਦੱਸੀ ਗਈ ਸਾਰੀ ਚੀਜ਼ਾਂ ਨੂੰ ਬਣਾਉਣ ਲੱਗੀ। ਹਾਲਾਂਕਿ ਨੂੰਹ ਨੇ ਕਿਹਾ ਸੀ ਕਿ ਉਹ ਉਹਨਾਂ ਦੀ ਮਦਦ ਕਰ ਦੇਵੇਗੀ, ਪਰ ਉਹ ਤਾਂ ਆਪਣੇ ਕਮਰੇ ਵਿੱਚ ਸਾਜ ਸਿੰਗਾਰ ਕਰਨੇ ਵਿੱਚ ਲੱਗੀ ਹੋਈ ਹੈ। ਉਸਦੀ ਸੱਸ ਸਵੇਰ ਤੋਂ ਰਸੋਈ ਵਿੱਚ ਪਰੇਸ਼ਾਨ ਹੋ ਰਹੀ ਹੈ ਅਤੇ ਉਸਨੇ ਇੰਨਾ ਕੁਝ ਬਣਾਉਣੇ ਦੇ ਲਈ ਦੇ ਦਿੱਤਾ, ਇਹ ਨਹੀਂ ਕਿ ਜਾ ਕੇ ਆਪਣੀ ਸੱਸ ਦਾ ਹੱਥ ਵਟਾ ਦੇ। ਨਿਰਮਲਾ ਜੀ ਆਪਣੀ ਨੂੰਹ ਦੇ ਦੁਆਰਾ ਦੱਸੀ ਗਈ ਸਾਰੀ ਚੀਜ਼ਾਂ ਬੇਸਨ ਦਾ ਢੋਕਲਾ, ਦਹੀਂ ਬੜੇ, ਰਾਜਮਾ ਚਾਵਲ, ਹਰੀ ਧਨੀਏ ਦੀ ਚਟਨੀ, ਹੋਰ ਵੀ ਨਾ ਜਾਣੇ ਕਿਆ ਬਣਾ ਕੇ ਤਿਆਰ ਕਰ ਦਿੰਦੀ ਹਨ। ਜਦ ਸਾਰਾ ਖਾਣਾ ਬਣ ਗਿਆ ਉਦੋਂ ਨੂੰ ਸੱਜ ਸਵਰ ਕੇ ਰਸੋਈ ਵਿੱਚ ਆਈ ਅਤੇ ਬੋਲੀ, ਮਾਂ ਜੀ ਮੈਂ ਤੁਹਾਡੀ ਕੁਝ ਮਦਦ ਕਰ ਦੇਵਾਂ ਕਿਆ? ਆਪਣੀ ਨੂੰਹ ਨੂੰ ਤਿਆਰ ਦੇਖ ਕੇ ਨਿਰਮਲਾ ਜੀ ਕਹਿੰਦੀ ਹਨ, ਨਾ ਨੂੰ ਰਹਿਣੇ ਦੇ, ਜੇਕਰ ਆਉਂਦੀ ਤਾਂ ਪਹਿਲਾਂ ਹੀ ਆ ਜਾਂਦੀ। ਹੁਣ ਤਾਂ ਤੂੰ ਨਵੇਂ ਕੱਪੜੇ ਪਾ ਲਏ ਹਨ, ਹੁਣ ਕੁਝ ਕਰੇਂਗੀ ਤਾਂ ਤੇਰੇ ਕੱਪੜੇ ਵੀ ਗੰਦੇ ਹੋ ਜਾਣਗੇ। ਵੈਸੇ ਵੀ ਰਸੋਈ ਦਾ ਸਾਰਾ ਕੰਮ ਹੋ ਗਿਆ ਹੈ, ਸਿਰਫ ਗੈਸ ਸਾਫ਼ ਕਰਨੀ ਹੈ, ਹੁਣ ਉਹ ਵੀ ਮੈਂ ਹੀ ਕਰ ਦਿੰਦੀ ਹਾਂ, ਤੂੰ ਕਿਉਂ ਆਪਣੇ ਹੱਥ ਗੰਦੇ ਕਰਨੇ? ਇੰਨਾ ਕਹਿ ਕੇ ਨਿਰਮਲਾ ਜੀ ਰਸੋਈ ਦੀ ਸਫਾਈ ਕਰਕੇ ਆਪਣੇ ਕਮਰੇ ਵਿੱਚ ਆ ਕੇ ਬੈਠ ਗਈ। ਸਵੇਰ ਤੋਂ ਕੰਮ ਵਿੱਚ ਲੱਗੀ ਹਨ। ਉਹਨਾਂ ਦੀ ਕਮਰ ਵਿੱਚ ਵੀ ਦਰਦ ਹੋਣ ਲੱਗੀ, ਇਸ ਲਈ ਲੇਟ ਕੇ ਥੋੜ੍ਹਾ ਜਿਹਾ ਆਰਾਮ ਕਰਨ ਲੱਗੀ। ਹੁਣ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਹੈ। ਨੂੰ ਆਪਣੇ ਆਪ ਸਰਵ ਕਰ ਲੇਗੀ ਅਤੇ ਆਪਣੀ ਕਿੱਟੀ ਪਾਰਟੀ ਕਰ ਲਵੇਗੀ। ਪਰ ਇਹ ਕਿਆ, ਨਿਰਮਲਾ ਜੀ ਨੂੰ ਆਪਣੇ ਕਮਰੇ ਵਿੱਚ ਗਏ ਹੋਏ 1 ਘੰਟਾ ਵੀ ਨਹੀਂ ਬੀਤਦਾ ਹੈ ਕਿ ਨੀਸ਼ਾ ਆਪਣੀ ਸੱਸ ਨੂੰ ਆਵਾਜ਼ ਦਿੰਦੇ ਹੋਏ ਕਹਿੰਦੀ ਹੈ, ਮਾਂ ਜੀ ਮੇਰੀ ਸਾਰੀ ਸਹੇਲੀਆਂ ਆ ਗਈ ਹਨ, ਤੁਸੀਂ ਡਾਈਨਿੰਗ ਟੇਬਲ ਪਰ ਸਾਰੇ ਖਾਣੇ ਦੇ ਸਮਾਨ ਨੂੰ ਲਗਾ ਦਿਓ ਅਤੇ ਉਸ ਤੋਂ ਪਹਿਲਾਂ ਫਰਿੱਜ ਵਿੱਚ ਕੋਲਡ ਡਰਿੰਕ ਰੱਖੀ ਹੈ, ਗਲਾਸ ਵਿੱਚ ਕੱਢ ਕੇ ਸਭ ਨੂੰ ਦੇ ਦਿਓ। ਨੀਸ਼ਾ ਨਾਲ ਹੀ ਨਾਲ ਕਮਰੇ ਵਿੱਚ ਆ ਕੇ ਆਪਣੀ ਸੱਸ ਨਾਲ 2 ਮਿੱਠੇ ਬੋਲ ਵੀ ਬੋਲ ਦਿੰਦੀ ਹੈ, ਕਿਉਂਕਿ ਉਸਨੂੰ ਪਤਾ ਹੈ
ਉਸ ਨੂੰ ਆਪਣੀ ਸੱਸ ਤੋਂ ਬਹੁਤ ਕੰਮ ਕਰਵਾਉਣਾ ਹੈ। ਚਿਕਨੀ ਚੁਪੜੀ ਗੱਲਾਂ ਤਾਂ ਕਰਨੀ ਪੈਣਗੀ, ਸਵੇਰ ਤੋਂ ਕੰਮ ਕਰਵਾ ਰਹੀ ਹੈ। ਨਿਸ਼ਾ ਨੇ ਇੱਕ ਚਮਚ ਇੱਧਰ ਤੋਂ ਉੱਧਰ ਨਹੀਂ ਕੀਤਾ ਹੈ। ਘੱਟ ਤੋਂ ਘੱਟ ਸੱਸ ਦੀ ਤਾਰੀਫ ਹੀ ਕਰ ਦੇ। ਇਸ ਲਈ ਚਲਾਕ ਨਿਸ਼ਾ ਆਪਣੀ ਸੱਸ ਦੀ ਤਾਰੀਫ ਕਰਕੇ ਉਹਨਾਂ ਤੋਂ ਸਾਰੇ ਕੰਮ ਕਰਾ ਲੈਂਦੀ ਹੈ। ਨਿਰਮਲਾ ਜੀ ਜਦ ਰਸੋਈ ਤੋਂ ਨਿਕਲ ਕੇ ਨੂੰਹ ਦੀ ਸਹੇਲੀਆਂ ਨੂੰ ਕੋਲਡ ਡਰਿੰਕ ਦੇਣੇ ਦੇ ਲਈ ਆਈ ਤਾਂ ਨਿਸ਼ਾ ਆਪਣੀ ਸਹੇਲੀਆਂ ਨੂੰ ਆਪਣੀ ਸੱਸ ਦੀ ਜਾਣ ਪਛਾਣ ਕਰਾਉਂਦੇ ਹੋਏ ਕਹਿੰਦੀ ਹੈ, ਸ਼ੀ ਇਜ਼ ਮਾਈ ਮਦਰ ਇਨ ਲੋ, ਸ਼ੀ ਇਜ਼ ਵੈਰੀ ਇਨੋਸੈਂਟ, ਸ਼ੀ ਡਸ ਨੋਟ ਐਨੀਥਿੰਗ ਹੈਵ ਡਨ ਦਿਸ ਵਰਕ। ਜਾਨੀ ਕਿ ਇਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਹੈ। ਇਹ ਸਾਰਾ ਕੰਮ ਧਾਮ ਮੈਂ ਕੀਤਾ ਹੈ। ਇਹ ਢੋਕਲਾ ਵੀ ਮੈਂ ਬਣਾਇਆ ਹੈ। ਰਸੋਈ ਦੇ ਕੰਮਾਂ ਤੋਂ ਮੇਰੀ ਸੱਸ ਬਹੁਤ ਡਰਦੀ ਹੈ। ਮੈਂ ਤਾਂ ਸਵੇਰੇ 5 ਵਜੇ ਤੋਂ ਉੱਠੀ ਹਾਂ ਅਤੇ ਇਹ ਸਾਰਾ ਕੰਮ ਮੈਂ ਹੀ ਕੀਤਾ ਹੈ। ਨਿਸ਼ਾ ਦੀ ਸਹੇਲੀਆਂ ਵੀ ਤਾਰੀਫ ਕਰਦੇ ਹੋਏ ਕਹਿੰਦੀ ਹਨ, ਵਾਓ ਵੈਰੀ ਟੇਸਟੀ, ਢੋਕਲਾ ਤਾਂ ਬਹੁਤ ਚੰਗਾ ਬਣਾਇਆ ਹੈ। ਬਾਅਦ ਵਿੱਚ ਕੁਝ ਸਹੇਲੀਆਂ ਨਿਸ਼ਾ ਦੀ ਤਾਰੀਫ ਕਰਦੇ ਹੋਏ ਪੰਜਾਬੀ ਵਿੱਚ ਹੀ ਕਹਿੰਦੀ ਹਨ, ਨਿਸ਼ਾ ਸੱਚ ਵਿੱਚ ਤੂੰ ਢੋਕਲਾ ਬਹੁਤ ਚੰਗਾ ਬਣਾਇਆ ਹੈ। ਕੋਲ ਵਿੱਚ ਖੜੀ ਹੋਈ ਨਿਰਮਲਾ ਜੀ ਨੂੰ ਅੰਗਰੇਜ਼ੀ ਤਾਂ ਸਮਝ ਵਿੱਚ ਨਹੀਂ ਆਈ, ਪਰ ਜਦ ਉਸਦੀ ਇੱਕ ਸਹੇਲੀ ਨੇ ਪੰਜਾਬੀ ਵਿੱਚ ਕਿਹਾ ਕਿ ਨਿਸ਼ਾ ਤੂੰ ਢੋਕਲਾ ਬਹੁਤ ਸਵਾਦਿਸ਼ਟ ਬਣਾਇਆ ਹੈ ਤਾਂ ਨਿਰਮਲਾ ਜੀ ਨੂੰ ਲੱਗਿਆ ਕਿ ਢੋਕਲਾ ਤਾਂ ਉਹਨਾਂ ਨੇ ਬਣਾਇਆ ਹੈ, ਪਰ ਨਿਸ਼ਾ ਦੀ ਸਹੇਲੀਆਂ ਉਸਦੀ ਤਾਰੀਫ ਕਿਉਂ ਕਰ ਰਹੀ ਹਨ। ਨਿਰਮਲਾ ਜੀ ਨੂੰ ਸਮਝ ਵਿੱਚ ਆ ਗਿਆ, ਨੂੰਹ ਨੇ ਜ਼ਰੂਰ ਅੰਗਰੇਜ਼ੀ ਵਿੱਚ ਕੁਝ ਨਾ ਕੁਝ ਕਿਹਾ ਹੈ, ਕਿਉਂਕਿ ਮੈਨੂੰ ਸਮਝ ਨਹੀਂ ਆਉਂਦੀ ਹੈ। ਇਸ ਲਈ ਉਸਦੀ ਸਹੇਲੀਆਂ ਉਸਦੀ ਤਾਰੀਫ ਕਰ ਰਹੀ ਹਨ, ਮੇਰੀ ਨਹੀਂ। ਨਿਰਮਲਾ ਜੀ ਜਦ ਟਰੇ ਲੈ ਕੇ ਰਸੋਈ ਵਿੱਚ ਜਾਣ ਲੱਗੀ ਤਾਂ ਪਿੱਛੇ ਤੋਂ ਇੱਕ ਸਹੇਲੀ ਨੇ ਨਿਸ਼ਾ ਤੋਂ ਪੁੱਛਿਆ, ਨਿਸ਼ਾ ਤੇਰੀ ਸੱਸ ਹਮੇਸ਼ਾ ਸਾੜੀ ਹੀ ਪਹਿਨਦੀ ਹੈ। ਸ਼ੀ ਓਨਲੀ ਵੈਰੀ ਸਾੜੀ, ਸ਼ੀ ਲੁਕਸ ਲਾਈਕ ਏ ਮੇਡ ਇਨ ਸਾੜੀ। ਇਹ ਹਮੇਸ਼ਾ ਸਾੜੀ ਹੀ ਪਹਿਨਦੀ ਹੈ, ਸਾੜੀ ਵਿੱਚ ਬਿਲਕੁਲ ਕੰਮ ਵਾਲੀ ਬਾਈ ਦੀ ਤਰ੍ਹਾਂ ਲੱਗਦੀ ਹੈ। ਮੈਂ ਤਾਂ ਕਿੰਨੀ ਵਾਰ ਕਿਹਾ ਹੈ ਸੂਟ ਪਾਇਆ ਕਰੋ, ਪਰ ਇਹਨਾਂ ਨੂੰ ਤਾਂ ਕੰਮ ਵਾਲੀ ਬਣ ਕੇ ਹੀ ਰਹਿਣਾ ਹੈ। ਕੁਝ ਸਮਝ ਨਹੀਂ ਆਉਂਦਾ ਹੈ, ਇੱਕਦਮ ਤੋਂ ਓਲਡ ਫੈਸ਼ਨ ਹੈ। ਇਹ ਗੱਲ ਸੁਣ ਕੇ ਨਿਸ਼ਾ ਦੀ ਸਾਰੀ ਸਹੇਲੀਆਂ ਹੱਸਣ ਲੱਗੀ। ਪਿੱਛੇ ਪਲਟ ਕੇ ਦੇਖਿਆ ਤਾਂ ਨਿਰਮਲਾ ਜੀ ਨੂੰ ਇੰਨਾ ਤਾਂ ਉਮਰ ਦਾ ਤਜੁਰਬਾ ਸੀ ਕਿ ਉਹ ਲੋਕਾਂ ਦੀ ਹੱਸੀ ਤੋਂ ਪਹਿਚਾਣ ਜਾਂਦੀ ਸੀ ਕਿ ਕੌਣ ਤਾਰੀਫ ਵਿੱਚ ਹੱਸ ਰਿਹਾ ਹੈ ਅਤੇ ਕੌਣ ਉਹਨਾਂ ਦਾ ਮਜ਼ਾਕ ਉਡਾ ਰਿਹਾ ਹੈ। ਉਹ ਨਿਸ਼ਾ ਦੀ ਸਹੇਲੀਆਂ ਦੀ ਮਜ਼ਾਕ ਵਾਲੀ ਨਜ਼ਰ ਨੂੰ ਪਹਿਚਾਣ ਗਈ ਕਿ ਜ਼ਰੂਰ ਨਿਸ਼ਾ ਨੇ ਕੁਝ ਕਿਹਾ ਹੈ, ਇਸ ਲਈ ਉਸਦੀ ਸਹੇਲੀਆਂ ਉਹਨਾਂ ਦਾ ਮਜ਼ਾਕ ਬਣਾ ਰਹੀ ਹਨ। ਨਿਰਮਲਾ ਜੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਰਾਤ ਭਰ ਇਹੀ ਸੋਚਦੀ ਰਹੀ ਕਿ ਐਸਾ ਕਿਆ ਕਰਾਂ ਜਿਸ ਨਾਲ ਨੂੰਹ ਗੱਲ ਪਰ ਉਹਨਾਂ ਦੀ ਬੇਇੱਜ਼ਤੀ ਨਾ ਕਰੇ, ਕਿਉਂਕਿ ਹੁਣ ਉਹਨਾਂ ਤੋਂ ਇਹ ਬੇਇੱਜ਼ਤੀ ਬਰਦਾਸ਼ਤ ਨਹੀਂ ਹੁੰਦੀ ਹੈ। ਉਹ ਆਪਣੇ ਆਪ ਨੂੰ ਕੋਸਣ ਲੱਗਦੀ ਹਨ ਕਿ ਉਹਨਾਂ ਨੇ ਅੰਗਰੇਜ਼ੀ ਕਿਉਂ ਨਹੀਂ ਪੜ੍ਹੀ, ਉਹਨਾਂ ਨੂੰ ਅੰਗਰੇਜ਼ੀ ਕਿਉਂ ਨਹੀਂ ਆਉਂਦੀ। ਅੱਜ ਜੇਕਰ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੁੰਦੀ ਤਾਂ ਉਹ ਵੀ ਆਪਣੀ ਨੂੰਹ ਦੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੀ ਅਤੇ ਨੂੰਹ ਉਹਨਾਂ ਨੂੰ ਅਨਪੜ੍ਹ ਗਵਾਰ ਨਹੀਂ ਕਹਿੰਦੀ। ਹਾਲਾਂਕਿ ਨਿਰਮਲਾ ਜੀ ਅਨਪੜ੍ਹ ਨਹੀਂ ਹਨ। ਉਹਨਾਂ ਨੇ ਆਪਣੇ ਸਮੇਂ ਵਿੱਚ ਹੋਮ ਸਾਇੰਸ ਵਿੱਚ BA ਕੀਤਾ ਹੈ। ਉਸ ਸਮੇਂ ਕੁੜੀਆਂ ਦੇ ਲਈ ਇਹੀ ਸਬਜੈਕਟ ਹੁੰਦੇ ਸੀ, ਮੁੰਡਿਆਂ ਦੇ ਲਈ ਗਣਿਤ ਅਤੇ ਸਾਇੰਸ ਰੱਖੇ ਜਾਂਦੇ ਸੀ ਅਤੇ ਕੁੜੀਆਂ ਨੂੰ ਗ੍ਰਹਿ ਵਿਗਿਆਨ ਅਤੇ ਸਮਾਜਿਕ ਵਿਗਿਆਨ ਦਿਲਾਈ ਜਾਂਦੀ ਸੀ। ਕੁੜੀਆਂ ਦੀ ਸਿੱਖਿਆ ਪਰ ਇੰਨਾ ਧਿਆਨ ਵੀ ਨਹੀਂ ਦਿੱਤਾ ਜਾਂਦਾ ਸੀ ਅਤੇ ਨਾ ਹੀ ਉਹਨਾਂ ਤੋਂ ਪੁੱਛਿਆ ਜਾਂਦਾ ਸੀ ਕਿ ਤੁਹਾਨੂੰ ਕਿਹੜਾ ਵਿਸ਼ੇ ਪਸੰਦ ਹੈ। ਘਰ ਦਾ ਮੁਖੀਆ ਫਾਰਮ ਭਰਦੇ ਸਮੇਂ ਕੁੜੀਆਂ ਦੇ ਲਈ ਹਮੇਸ਼ਾ ਗ੍ਰਹਿ ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਵਿਸ਼ੇ ਹੀ ਭਰਦਾ ਸੀ। ਇੱਥੇ ਤੱਕ ਕਿ ਉਸਦੀ ਮਾਂ ਨੂੰ ਵੀ ਪਤਾ ਨਹੀਂ ਹੁੰਦਾ ਸੀ ਕਿ ਉਸਦੀ ਬੇਟੀ ਨੇ ਕਿਹੜੇ ਵਿਸ਼ੇ ਲਏ ਹਨ। ਤਾਂ ਇਸ ਵਿੱਚ ਨਿਰਮਲਾ ਜੀ ਦੀ
ਕੋਈ ਗਲਤੀ ਨਹੀਂ ਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੈ। ਜਿਵੇਂ ਤਿਵੇਂ ਇੱਕ ਦਿਨ ਗੁਜ਼ਰ ਗਿਆ। ਦੂਸਰੇ ਦਿਨ ਨਿਰਮਲਾ ਜੀ ਦੇ ਪਤੀ ਆਏ, ਪਰ ਨਿਰਮਲਾ ਜੀ ਰਾਤ ਭਰ ਸੋਈ ਨਹੀਂ। ਉਹਨਾਂ ਨੂੰ ਆਪਣੀ ਨੂੰਹ ਦੀ ਸਹੇਲੀਆਂ ਦੀ ਹੱਸੀ ਬਾਰ-ਬਾਰ ਯਾਦ ਆਉਂਦੀ ਰਹੀ, ਜਿਸ ਦੀ ਵਜ੍ਹਾ ਨਾਲ ਰਾਤ ਭਰ ਉਹਨਾਂ ਨੂੰ ਠੀਕ ਨਾਲ ਨੀਂਦ ਨਹੀਂ ਆਈ। ਰਾਮ ਪ੍ਰਕਾਸ਼ ਜੀ ਆਪਣੀ ਪਤਨੀ ਦੇ ਚਿਹਰੇ ਨੂੰ ਦੇਖ ਕੇ ਕਹਿੰਦੇ ਹਨ, ਕਿਆ ਹੋਇਆ ਨਿਰਮਲਾ, ਅੱਜ ਤੂੰ ਬੜੀ ਉਦਾਸ ਲੱਗ ਰਹੀ ਹੈ। ਕੋਈ ਗੱਲ ਹੈ ਕਿਆ? ਨਿਰਮਲਾ ਜੀ ਕਹਿੰਦੀ ਹਨ, ਕੋਈ ਗੱਲ ਨਹੀਂ ਹੈ। ਪਰ ਰਾਮ ਪ੍ਰਕਾਸ਼ ਜੀ ਬਹੁਤ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਉਹਨਾਂ ਦੀ ਪਤਨੀ ਇਵੇਂ ਹੀ ਉਦਾਸ ਨਹੀਂ ਹੁੰਦੀ ਹੈ। ਕੋਈ ਨਾ ਕੋਈ ਵਜ੍ਹਾ ਹੋਵੇਗੀ। ਉਹ ਇੱਕ ਦੋ ਵਾਰ ਆਪਣੀ ਪਤਨੀ ਤੋਂ ਪੁੱਛਣੇ ਦੀ ਕੋਸ਼ਿਸ਼ ਵੀ ਕਰਦੇ ਹਨ, ਪਰ ਉਹ ਟਾਲ ਦਿੰਦੀ ਹਨ। ਸ਼ਾਮ ਨੂੰ ਰਾਮ ਪ੍ਰਕਾਸ਼ ਜੀ ਰੋਜ਼ ਹੀ ਮੰਦਿਰ ਜਾਂਦੇ ਹਨ ਅਤੇ ਆਪਣੀ ਪਤਨੀ ਨੂੰ ਵੀ ਲੈ ਜਾਂਦੇ ਹਨ। ਰਾਮ ਪ੍ਰਕਾਸ਼ ਜੀ ਨੇ ਆਪਣੀ ਪਤਨੀ ਨੂੰ ਮੰਦਿਰ ਚੱਲਣੇ ਦੇ ਲਈ ਕਿਹਾ ਤਾਂ ਉਹਨਾਂ ਨੇ ਆਨਾਕਾਨੀ ਕੀਤੀ, ਪਰ ਰਾਮ ਪ੍ਰਕਾਸ਼ ਜੀ ਉਹਨਾਂ ਨੂੰ ਜਿੱਦ ਕਰਕੇ ਮੰਦਿਰ ਲੈ ਗਏ। ਮੰਦਿਰ ਵਿੱਚ ਆਰਤੀ ਅਤੇ ਪੂਜਾ ਹੋਣੇ ਦੇ ਬਾਅਦ ਪੌੜੀਆਂ ਪਰ ਬੈਠ ਗਏ ਅਤੇ ਆਪਣੀ ਪਤਨੀ ਤੋਂ ਪੁੱਛਿਆ, ਸੱਚ-ਸੱਚ ਦੱਸੋ ਨਿਰਮਲਾ, ਕਿਆ ਗੱਲ ਹੈ? ਜਦ ਤੋਂ ਮੈਂ ਆਇਆ ਹਾਂ ਉਦੋਂ ਤੋਂ ਦੇਖ ਰਿਹਾ ਹਾਂ ਤੂੰ ਬਹੁਤ ਹੀ ਉਦਾਸ ਹੈ। ਕੋਈ ਗੱਲ ਤੈਨੂੰ ਅੰਦਰ ਹੀ ਅੰਦਰ ਬਹੁਤ ਦੁਖੀ ਕਰ ਰਹੀ ਹੈ। ਜੇਕਰ ਕੋਈ ਗੱਲ ਹੈ ਤਾਂ ਮੈਨੂੰ ਦੱਸੋ। ਮੇਰੇ ਕੋਲ ਕੋਈ ਹੱਲ ਹੋਵੇਗਾ ਤਾਂ ਮੈਂ ਜ਼ਰੂਰ ਕਰੂੰਗਾ। ਪਤੀ ਦੀ ਗੱਲ ਨੂੰ ਸੁਣ ਕੇ ਨਿਰਮਲਾ ਜੀ ਕੁਝ ਕਹਿਣੇ ਦੀ ਹਿੰਮਤ ਜੁਟਾ ਪਾਉਂਦੀ ਹਨ ਅਤੇ ਕਹਿੰਦੀ ਹਨ, ਮੈਨੂੰ ਅੰਗਰੇਜ਼ੀ ਸਿੱਖਣੀ ਹੈ। ਕੱਲ੍ਹ ਨਿਸ਼ਾ ਦੀ ਕਿੱਟੀ ਪਾਰਟੀ ਸੀ। ਉਸ ਦੀ ਸਾਰੀ ਸਹੇਲੀਆਂ ਆਈ ਸੀ ਤਾਂ ਸਭ ਦੇ ਸਾਹਮਣੇ ਨਿਰਮਲਾ ਜੀ ਨੇ ਇੰਨਾ ਹੀ ਕਿਹਾ, ਪਰ ਰਾਮ ਪ੍ਰਕਾਸ਼ ਜੀ ਸਭ ਕੁਝ ਸਮਝ ਗਏ ਕਿ ਕੱਲ੍ਹ ਨੂੰਹ ਨੇ ਜ਼ਰੂਰ ਮੇਰੀ ਪਤਨੀ ਦੇ ਉੱਪਰ ਆਪਣੀ ਅੰਗਰੇਜ਼ੀ ਝਾੜੀ ਹੋਵੇਗੀ ਅਤੇ ਕੁਝ ਨਾ ਕੁਝ ਐਸਾ ਕਿਹਾ ਹੋਵੇਗਾ ਜਿਸ ਦੀ ਵਜ੍ਹਾ ਨਾਲ ਨਿਰਮਲਾ ਨੂੰ ਬਹੁਤ ਬੁਰਾ ਲੱਗਿਆ ਹੈ। ਆਪਣੀ ਪਤਨੀ ਦੀ ਅੰਗਰੇਜ਼ੀ ਸਿੱਖਣੇ ਵਾਲੀ ਗੱਲ ਨੂੰ ਉਹਨਾਂ ਨੇ ਸਕਾਰਾਤਮਕ ਲਿਆ ਅਤੇ ਕਿਹਾ, ਅਰੇ ਵਾਹ ਨਿਰਮਲਾ, ਤੂੰ ਅੰਗਰੇਜ਼ੀ ਸਿੱਖਣਾ ਚਾਹੁੰਦੀ ਹੈ, ਇਹ ਤਾਂ ਬਹੁਤ ਚੰਗੀ ਗੱਲ ਹੈ। ਚਲੋ ਅੱਜ ਹੀ ਅਸੀਂ ਤੇਰੇ ਲਈ ਅੰਗਰੇਜ਼ੀ ਦੀ ਕਿਸੇ ਟਿਊਸ਼ਨ ਦਾ ਪਤਾ ਕਰਦੇ ਹਾਂ। ਜੇਕਰ ਕਿਤੇ ਅੰਗਰੇਜ਼ੀ ਦੀ ਕਲਾਸ ਚੱਲਦੀ ਹੋਵੇ ਤਾਂ ਅਸੀਂ ਤੈਨੂੰ ਅੰਗਰੇਜ਼ੀ ਦੀ ਕਲਾਸ ਲਗਾ ਦੇਵਾਂਗੇ, ਤੂੰ ਸਿੱਖ ਲੈਣਾ। ਪੜ੍ਹਾਈ ਲਿਖਾਈ ਵਿੱਚ ਤਾਂ ਨਿਰਮਲਾ ਜੀ ਦੀ ਹਮੇਸ਼ਾ ਹੀ ਰੁਚੀ ਰਹੀ ਹੈ, ਪਰ ਵਿਆਹ ਦੇ ਬਾਅਦ ਘਰ ਗ੍ਰਸਤੀ ਅਤੇ ਬੱਚਿਆਂ ਦੀ ਇੰਨੀ ਸਾਰੀ ਜ਼ਿੰਮੇਵਾਰੀਆਂ ਹੁੰਦੀਆਂ ਹਨ ਕਿ ਔਰਤਾਂ ਕਿਸੇ ਦੂਸਰੇ ਕੰਮ ਦੇ ਲਈ ਜਾਂ ਆਪਣੇ ਸ਼ੌਂਕ ਦੇ ਲਈ ਸੋਚ ਹੀ ਨਹੀਂ ਪਾਉਂਦੀ ਹਨ। ਉਹਨਾਂ ਦੇ ਕੋਲ ਇੰਨਾ ਸੋਚਣੇ ਦਾ ਸਮੇਂ ਹੀ ਨਹੀਂ ਹੁੰਦਾ ਹੈ। ਫਿਰ ਨਿਰਮਲਾ ਜੀ ਕਹਿੰਦੀ ਹਨ ਕਿ ਜੇਕਰ ਮੈਂ ਅੰਗਰੇਜ਼ੀ ਨੂੰ ਬੋਲਣੇ ਵਾਲੀ ਕੋਚਿੰਗ ਵਿੱਚ ਅੰਗਰੇਜ਼ੀ ਸਿੱਖਣ ਜਾਊਂਗੀ ਤਾਂ ਘੱਟ ਤੋਂ ਘੱਟ ਆਉਣੇ ਜਾਣੇ ਦੇ ਅਤੇ ਉੱਧਰ ਸਿੱਖਣੇ ਦੇ 2 ਘੰਟੇ ਤਾਂ ਲੱਗ ਜਾਣਗੇ। ਘਰ ਪਰ ਪੁੱਤ ਨੂੰ ਕਿਆ ਕਹਾਂਗੇ ਕਿ ਅਸੀਂ ਕਿੱਥੇ ਜਾਂਦੇ ਹਾਂ। ਜੇਕਰ ਕਹਾਂਗੇ ਕਿ ਅੰਗਰੇਜ਼ੀ ਸਿੱਖਣ ਜਾਂਦੇ ਹਾਂ ਤਾਂ ਨੂੰਹ ਹੱਸੀ ਉਡਾਏਗੀ ਕਿ ਇਸ ਉਮਰ ਵਿੱਚ ਤੂੰ ਅੰਗਰੇਜ਼ੀ ਸਿੱਖ ਰਹੀ ਹੈ। ਮੈਂ ਨੂੰਹ ਨੂੰ ਨਹੀਂ ਦੱਸਣਾ ਚਾਹੁੰਦੀ। ਹਾਂ, ਤੂੰ ਇਸ ਦੀ ਚਿੰਤਾ ਨਾ ਕਰ ਨਿਰਮਲਾ, ਵੈਸੇ ਵੀ ਅਸੀਂ ਮੰਦਿਰ ਵਿੱਚ 2 ਘੰਟੇ ਦੇ ਲਈ ਆਉਂਦੇ ਹਾਂ। ਸ਼ਾਮ ਦੇ ਸਮੇਂ ਘਰ ਪਰ ਤਾਂ ਕੋਈ ਕੰਮ ਹੁੰਦਾ ਨਹੀਂ ਹੈ। ਪੁੱਤ 8 ਵਜੇ ਤੱਕ ਦਫ਼ਤਰ ਤੋਂ ਆਉਂਦਾ ਹੈ ਅਤੇ ਨੂੰਹ ਵੀ ਉਦੋਂ ਤੱਕ ਆਪਣਾ ਫੋਨ ਚਲਾਉਂਦੀ ਹੈ। ਅਸੀਂ 1 ਘੰਟਾ ਹੋਰ ਬੋਲ ਦੇਵਾਂਗੇ ਕਿ ਮੰਦਿਰ ਵਿੱਚ ਸਤਸੰਗ ਹੁੰਦਾ ਹੈ। ਅਸੀਂ 2 ਤੋਂ 3 ਘੰਟੇ ਲਗਾ ਕੇ ਆਵਾਂਗੇ। 1 ਘੰਟਾ ਮੰਦਿਰ ਵਿੱਚ ਬੈਠ ਕੇ 2 ਘੰਟੇ ਤੂੰ ਆਰਾਮ ਨਾਲ ਆਪਣਾ ਕੋਚਿੰਗ ਕਰ ਲਿਆ ਕਰ। ਮੈਂ ਤੈਨੂੰ ਆਪਣੇ ਨਾਲ ਲੈ ਕੇ ਆਊਂਗਾ ਅਤੇ ਲੈ ਕੇ ਜਾਊਂਗਾ। ਨਿਰਮਲਾ ਜੀ ਆਪਣੇ ਪਤੀ ਦੀ ਗੱਲ ਸੁਣ ਕੇ ਖੁਸ਼ ਹੋ ਗਈ। ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਉਹ ਅੰਗਰੇਜ਼ੀ ਸਿੱਖ ਜਾਣਗੀ। ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਹਨ। ਇਵੇਂ ਲੱਗ ਰਿਹਾ ਹੈ ਜਿਵੇਂ ਉਹਨਾਂ ਦੇ ਪਰ ਨਿਕਲ ਆਏ ਹੋਣ।
ਇੱਕ ਦੋ ਦਿਨ ਵਿੱਚ ਰਾਮ ਪ੍ਰਕਾਸ਼ ਜੀ ਨਜ਼ਦੀਕ ਦੀ ਹੀ ਇੱਕ ਅੰਗਰੇਜ਼ੀ ਸਿੱਖਣੇ ਵਾਲੀ ਕਲਾਸ ਦਾ ਪਤਾ ਕਰ ਲੈਂਦੇ ਹਨ, ਜਿੱਥੇ ਨਿਰਮਲਾ ਜੀ ਦਾ ਉਹ ਐਡਮਿਸ਼ਨ ਕਰਾ ਦਿੰਦੇ ਹਨ। ਨਿਰਮਲਾ ਜੀ ਨੇ ਅੰਗਰੇਜ਼ੀ ਸਿੱਖਣੇ ਦੇ ਲਈ ਕਹਿ ਤਾਂ ਦਿੱਤਾ ਹੈ, ਪਰ ਜਦ ਕਲਾਸ ਵਿੱਚ ਜਾਣੇ ਦੀ ਵਾਰੀ ਆਈ ਤਾਂ ਉਹ ਘਬਰਾ ਗਈ। ਉਹ ਜਦ ਕਲਾਸ ਵਿੱਚ ਜਾਣਗੀ, ਉਹਨਾਂ ਨੂੰ ਪੜ੍ਹਾਉਣੇ ਵਾਲੇ ਅਧਿਆਪਕ ਹੋਣਗੇ। ਉਹ ਕਹਿਣਗੇ ਕਿ ਇੰਨੀ ਬੁੱਢੀ ਹੋ ਕੇ ਪੜ੍ਹਨ ਆਈ ਹੈ, ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਹੈ। ਰਾਮ ਪ੍ਰਕਾਸ਼ ਜੀ ਆਪਣੀ ਪਤਨੀ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ, ਤੂੰ ਬਿਲਕੁਲ ਵੀ ਚਿੰਤਾ ਨਾ ਕਰ, ਕਿਉਂਕਿ ਉੱਧਰ ਤੂੰ ਇਕੱਲੀ ਨਹੀਂ ਹੈ ਜੋ ਅੰਗਰੇਜ਼ੀ ਸਿੱਖ ਰਹੀ ਹੈ। ਤੇਰੇ ਜੈਸੀ ਹੋਰ ਵੀ ਔਰਤਾਂ ਹਨ ਜੋ ਉੱਧਰ ਅੰਗਰੇਜ਼ੀ ਸਿੱਖ ਰਹੀ ਹਨ। ਕਿਸੇ ਭਾਸ਼ਾ ਨੂੰ ਜਾਂ ਕਿਸੇ ਚੀਜ਼ ਨੂੰ ਸਿੱਖਣੇ ਦੀ ਕੋਈ ਉਮਰ ਨਹੀਂ ਹੁੰਦੀ ਹੈ। ਅਸੀਂ ਕਿਸੇ ਵੀ ਉਮਰ ਵਿੱਚ ਕੁਝ ਵੀ ਸਿੱਖ ਸਕਦੇ ਹਾਂ। ਇਹ ਸਾਡੀ ਜ਼ਿੰਦਗੀ ਹੈ। ਅਸੀਂ ਜੋ ਵੀ ਸਿੱਖਣਾ ਚਾਹੀਏ ਉਸ ਦੇ ਲਈ ਆਜ਼ਾਦ ਹਾਂ। ਕੋਈ ਦੂਸਰਾ ਆ ਕੇ ਇਹ ਤੈਅ ਨਹੀਂ ਕਰੇਗਾ ਕਿ ਤੁਸੀਂ ਕਿਆ ਸਿੱਖੋਗੇ ਕਿਆ ਨਹੀਂ, ਅਤੇ ਅਸੀਂ ਕੁਝ ਚੰਗਾ ਹੀ ਸਿੱਖਣੇ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਤੂੰ ਕਿਸੇ ਦੀ ਚਿੰਤਾ ਨਾ ਕਰ ਅਤੇ ਅੰਗਰੇਜ਼ੀ ਸਿੱਖਣੇ ਦੇ ਲਈ ਅੱਗੇ ਵੱਧ ਜਾ। ਆਪਣੇ ਪਤੀ ਦੀ ਗੱਲ ਸੁਣ ਕੇ ਨਿਰਮਲਾ ਜੀ ਨੂੰ ਹਿੰਮਤ ਮਿਲੀ। ਨਿਰਮਲਾ ਜੀ ਅੰਗਰੇਜ਼ੀ ਸਪੀਕਿੰਗ ਦੇ ਲਈ ਜਾਣ ਲੱਗੀ। ਜਿੱਥੇ ਅੰਗਰੇਜ਼ੀ ਬੋਲਣਾ ਸਿਖਾਇਆ ਜਾਂਦਾ ਹੈ, ਉੱਥੇ ਹੌਲੀ-ਹੌਲੀ ਅੰਗਰੇਜ਼ੀ ਬੋਲਣਾ ਸਿੱਖ ਰਹੀ ਹਨ। 2 ਤੋਂ 3 ਮਹੀਨੇ ਵਿੱਚ ਉਹ ਕੁਝ ਅੰਗਰੇਜ਼ੀ ਬੋਲਣ ਲੱਗੀ, ਥੋੜ੍ਹਾ-ਥੋੜ੍ਹਾ ਸਮਝਣ ਲੱਗੀ, ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਸਿੱਖਣੇ ਦਾ ਬਹੁਤ ਸ਼ੌਂਕ ਸੀ। ਘਰ ਪਰ ਵੀ ਰਾਤ ਤੱਕ ਕਮਰੇ ਵਿੱਚ ਬੈਠ ਕੇ ਅੰਗਰੇਜ਼ੀ ਬੋਲਣੇ ਦੀ ਪ੍ਰੈਕਟਿਸ ਕਰਦੀ, ਕਦੀ ਆਪਣੇ ਪਤੀ ਨੂੰ ਬੋਲਦੀ, ਕਦੀ ਖੁਦ ਹੀ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਅੰਗਰੇਜ਼ੀ ਬੋਲਣੇ ਦੀ ਪ੍ਰੈਕਟਿਸ ਕਰਦੀ। ਆਪਣੀ ਲਗਨ ਨਾਲ ਨਿਰਮਲਾ ਜੀ ਨੇ 3 ਮਹੀਨੇ ਵਿੱਚ ਹੀ ਅੰਗਰੇਜ਼ੀ ਬੋਲਣਾ ਅਤੇ ਸਮਝਣਾ ਸਿੱਖ ਗਈ। ਪਰ ਉਹਨਾਂ ਨੇ ਘਰ ਵਿੱਚ ਆਪਣੇ ਨੂੰਹ ਪੁੱਤ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ। 4 ਮਹੀਨੇ ਬਾਅਦ ਨੂੰਹ ਨੇ ਆਪਣੇ ਘਰ ਵਿੱਚ ਫਿਰ ਤੋਂ ਕਿੱਟੀ ਪਾਰਟੀ ਰੱਖੀ। ਉਸ ਕਿੱਟੀ ਪਾਰਟੀ ਵਿੱਚ ਉਹੀ ਸਭ ਸਹੇਲੀਆਂ ਆਈ ਜੋ ਪਿਛਲੀ ਵਾਰ ਆਈ ਸੀ। ਇਸ ਵਾਰ ਵੀ ਨਿਰਮਲਾ ਜੀ ਨੇ ਸਾੜੀ ਹੀ ਪਹਿਨੀ ਸੀ। ਸਾੜੀ ਪਹਿਨ ਕੇ ਆਪਣੀ ਨੂੰਹ ਦੀ ਸਹੇਲੀਆਂ ਦੀ ਆਪ ਭਗਤ ਕਰ ਰਹੀ ਹਨ। ਪਿਛਲੀ ਵਾਰ ਦੀ ਤਰ੍ਹਾਂ ਨਿਸ਼ਾ ਨੇ ਇਸ ਵਾਰ ਵੀ ਸਾਰਾ ਖਾਣਾ ਆਪਣੀ ਸੱਸ ਤੋਂ ਬਣਵਾਇਆ ਅਤੇ ਉਸਦਾ ਸਾਰਾ ਕ੍ਰੈਡਿਟ ਅੰਗਰੇਜ਼ੀ ਬੋਲ ਕੇ ਖੁਦ ਪਰ ਲੈ ਲਿਆ। ਇਸ ਵਾਰ ਵੀ ਉਹੀ ਕਰ ਰਹੀ ਸੀ। ਉਸਨੇ ਅੰਗਰੇਜ਼ੀ ਵਿੱਚ ਸਭ ਨੂੰ ਦੱਸਿਆ ਕਿ ਇਹ ਖਾਣਾ ਉਸਨੇ ਬਣਾਇਆ ਹੈ, ਪਰ ਕੋਲ ਵਿੱਚ ਹੀ ਖੜੀ ਨਿਰਮਲਾ ਜੀ ਉਸਦੀ ਸਾਰੀ ਅੰਗਰੇਜ਼ੀ ਸਮਝ ਗਈ ਅਤੇ ਉਸਦੀ ਗੱਲ ਨੂੰ ਕੱਟਦੇ ਹੋਏ ਬੋਲੀ, ਨੋ ਨੋ ਨਿਸ਼ਾ ਡਿਡ ਨੋਟ ਮੇਡ ਦਿਸ ਫੂਡ, ਆਈ ਐਮ ਮੇਡ ਦਿਸ, ਬਲਕਿ ਮੈਂ ਬਣਾਇਆ ਹੈ। ਲਾਸਟ ਟਾਈਮ ਵੀ ਮੈਂ ਹੀ ਬਣਾਇਆ ਸੀ। ਆਪਣੀ ਸੱਸ ਦੀ ਅੰਗਰੇਜ਼ੀ ਸੁਣ ਕੇ ਨਿਸ਼ਾ ਅਤੇ ਉਸਦੀ ਸਹੇਲੀਆਂ ਨਿਰਮਲਾ ਜੀ ਨੂੰ ਹੱਕੀ ਬੱਕੀ ਦੇਖਦੀ ਰਹਿ ਗਈ। ਉਸਦੀ ਸੱਸ ਅੰਗਰੇਜ਼ੀ ਬੋਲ ਰਹੀ ਹੈ, ਉਸਦੀ ਸਾਰੀ ਅੰਗਰੇਜ਼ੀ ਦੀ ਗੱਲਾਂ ਨੂੰ ਸਮਝ ਰਹੀ ਹੈ। ਨਿਸ਼ਾ ਦੇ ਪੈਰਾਂ ਦੇ ਨੀਚੇ ਦੀ ਜ਼ਮੀਨ ਖਿਸਕ ਗਈ। ਮਾਂ ਜੀ, ਤੁਹਾਨੂੰ ਅੰਗਰੇਜ਼ੀ ਆਉਂਦੀ ਸੀ, ਫਿਰ ਤੁਸੀਂ ਹੁਣੇ ਤੱਕ ਕਿਉਂ ਨਹੀਂ ਦੱਸਿਆ? ਮੈਨੂੰ ਤਾਂ ਲੱਗਿਆ ਸੀ ਤੁਹਾਨੂੰ ਅੰਗਰੇਜ਼ੀ ਦੀ ABCD ਵੀ ਨਹੀਂ ਆਉਂਦੀ ਹੈ। ਨਿਰਮਲਾ ਜੀ ਕਹਿੰਦੀ ਹਨ, ਜ਼ਰੂਰੀ ਨਹੀਂ ਕਿ ਹਰ ਚੀਜ਼ ਦਾ ਦਿਖਾਵਾ ਹੀ ਕੀਤਾ ਜਾਵੇ। ਮੈਂ ਤੇਰੀ ਤਰ੍ਹਾਂ ਨਹੀਂ ਹਾਂ ਨਿਸ਼ਾ, ਜੋ ਆਪਣੇ ਕਿਸੇ ਗੁਣ ਨਾਲ ਕਿਸੇ ਦੂਸਰੇ ਨੂੰ ਨੀਚਾ ਦਿਖਾਏ। ਜੇਕਰ ਕੋਈ ਵਿਅਕਤੀ ਆਪਣੇ ਗੁਣ ਨਾਲ ਕਿਸੇ ਦੂਸਰੇ ਨੂੰ ਨੀਚਾ ਦਿਖਾ ਰਿਹਾ ਹੈ ਤਾਂ ਮੇਰੀ ਨਜ਼ਰ ਵਿੱਚ ਉਹ ਉਸਦਾ ਗੁਣ ਨਹੀਂ ਬਲਕਿ ਅਵਗੁਣ ਹੈ। ਇਸ ਲਈ ਬੇਟਾ, ਅੱਜ ਤੋਂ ਕਿਸੇ ਨੂੰ ਘੱਟ ਆਂਕਣੇ ਦਾ ਕੰਮ ਘੱਟ ਕਰ ਦੇਣਾ। ਕੋਈ ਕਿਸੇ ਤੋਂ ਘੱਟ ਨਹੀਂ ਹੈ ਅੱਜ ਦੇ ਜ਼ਮਾਨੇ ਵਿੱਚ। ਇੰਨਾ ਕਹਿ ਕੇ ਨਿਰਮਲਾ ਜੀ ਆਪਣੇ ਕਮਰੇ ਵਿੱਚ ਆ ਗਈ। ਸਾਰੀ ਸਹੇਲੀਆਂ ਦੇ ਜਾਣੇ ਦੇ ਬਾਅਦ ਨਿਸ਼ਾ ਆਪਣੀ ਸੱਸ ਦੇ ਕਮਰੇ ਵਿੱਚ ਆਈ। ਉਸਦੇ ਪੇਟ ਵਿੱਚ ਤਾਂ ਖਲਬਲੀ ਮਚ ਰਹੀ ਹੈ ਕਿ ਕਦ ਉਹ ਪੁੱਛੇ ਕਿ ਉਸਦੀ ਸੱਸ ਨੇ ਆਖਿਰਕਾਰ ਅੰਗਰੇਜ਼ੀ ਸਿੱਖੀ ਕਦ ਹੈ। ਨਿਰਮਲਾ ਜੀ ਆਪਣੀ ਨੂੰਹ ਨੂੰ ਅੰਗਰੇਜ਼ੀ ਸਿੱਖਣੇ ਦੀ
ਸਾਰੀ ਕਹਾਣੀ ਦੱਸ ਦਿੰਦੀ ਹਨ, ਜਿਸ ਨੂੰ ਸੁਣ ਕੇ ਨਿਸ਼ਾ ਚੌਂਕ ਗਈ। 60 ਸਾਲ ਦੀ ਉਮਰ ਵਿੱਚ ਹੀ ਵੀ ਉਸਦੀ ਸੱਸ ਨੇ ਅੰਗਰੇਜ਼ੀ ਬੋਲਣਾ ਅਤੇ ਸਮਝਣਾ ਸਿੱਖ ਲਿਆ। ਨਿਸ਼ਾ ਨੇ ਮਨ ਹੀ ਮਨ ਸੋਚ ਲਿਆ ਕਿ ਹੁਣ ਉਹ ਆਪਣੀ ਸੱਸ ਨਾਲ ਕਦੀ ਜ਼ਿੰਦਗੀ ਵਿੱਚ ਪੰਗੇ ਨਹੀਂ ਲਵੇਗੀ, ਕਿਉਂਕਿ ਅੱਜ ਨਿਰਮਲਾ ਜੀ ਨੇ ਆਪਣੀ ਨੂੰਹ ਦੇ ਬਾਰ-ਬਾਰ ਅਪਮਾਨ ਕਰਨੇ ਪਰ ਅੰਗਰੇਜ਼ੀ ਸਿੱਖ ਕੇ ਇੱਕ ਜ਼ੋਰਦਾਰ ਥੱਪੜ ਮਾਰਿਆ ਹੈ, ਜਿਸ ਦੀ ਕਸਕ ਉਸਦੇ ਦਿਲ ਦਿਮਾਗ ਵਿੱਚ ਹਮੇਸ਼ਾ ਰਹੇਗੀ ਪਰ ਦਿਖੇਗੀ ਨਹੀਂ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ।